किसान अकेडमी ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅੱਜ ਦੀ ਕਲਾਸ ਦੇ ਵਿੱਚ ਅਸੀਂ ਬਹੁਤ ਹੀ ਇੰਪੋਰਟੈਂਟ ਟੌਪਿਕ ਇਸ਼ੂ ਰਿਲੇਟਡ ਟੂ ਗਰਲ ਚਾਈਲਡ ਦੇ ਨਾਲ ਰਿਲੇਟਡ ਐਮਸੀਕਿਊ ਡਿਸਕਸ ਕਰਾਂਗੇ। ਬੇਟਾ ਇਹ ਟੌਪਿਕ ਜਿੱਥੇ ਵੀ ਤੁਹਾਨੂੰ ਆਊਗਾ, ਖਾਸ ਕਰਕੇ ਸੀਡੀਪੀਓ ਹੋ ਗਿਆ, ਠੀਕ ਹੈ, ਜਾਂ ਆਂਗਨਵਾੜੀ ਸੁਪਰਵਾਈਜ਼ਰ ਦਾ ਐਗਜ਼ਾਮ ਹੋ ਗਿਆ, ਐਨਟੀਟੀ ਦਾ ਕੋਈ ਐਗਜ਼ਾਮ ਆ, ਜਿੱਥੇ ਵੀ ਕਿਤੇ ਤੁਹਾਨੂੰ ਇਹ ਟੌਪਿਕ ਹੈ, ਕੋਈ ਵੀ ਐਗਜ਼ਾਮ ਜਿੱਥੇ ਵੀ ਸੋਸ਼ਲ ਵੈਲਫੇਅਰ ਦੇ ਨਾਲ ਰਿਲੇਟਡ ਜੇ ਫੀਲਡ ਦੇ ਵਿੱਚ ਕੋਈ ਤੁਹਾਡਾ ਐਗਜ਼ਾਮ ਹੋ ਰਿਹਾ, ਕਿਸੇ ਮਿਨਿਸਟਰੀ ਚਾਈਲਡ ਡਿਵੈਲਪਮੈਂਟ ਮਿਨਿਸਟਰੀ ਦੇ ਅੰਡਰ ਜਾਂ ਫੈਮਿਲੀ ਐਂਡ ਚਾਈਲਡ ਵੈਲਫੇਅਰ ਮਿਨਿਸਟਰੀ ਹੋਗੀ ਜਾਂ ਵਿਮਨ ਐਂਡ ਚਾਈਲਡ ਵੈਲਫੇਅਰ ਮਿਨਿਸਟਰੀ ਹੋਗੀ, ਕਿਸੇ ਵੀ डिपार्टमेंट के अंडर ਤੁਹਾਡਾ एग्जाम हो रहा तो ਉੱਥੇ टॉपिक ਤੁਹਾਡੇ ਲਈ इंपॉर्टेंट ਹੋਊਗਾ, खास करके सीडीपीओ आंगनवाड़ी सुपरवाइजर ए, ठीक है, मेन जिन्ना ਦੇ ਲਈ ਇਹ टॉपिक है। बेटा जी ਜਿਹੜੇ ਇਹ टॉपिक ਹੈਗਾ ਇਹਦੇ ਵਿੱਚੋਂ ਡੈਫੀਨੇਟਲੀ ਕੋਈ ਕੁਐਸਚਨ ਤੁਹਾਨੂੰ ਡਾਇਰੈਕਟਲੀ ਇਨਡਾਇਰੈਕਟਲੀ ਪੇਪਰ ਦੇ ਵਿੱਚ ਮਿਲੂਗਾ ਹੀ ਮਿਲੂਗਾ। ਜੇ ਤੁਸੀਂ ਕੋਰਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਿਸਾਨ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰਕੇ ਕੋਰਸ ਡਾਇਰੈਕਟ ਪਰਚੇਸ ਕਰ ਸਕਦੇ ਹੋ, ਜਾਂ ਫਿਰ ਤੁਸੀਂ 9988001112 ਦੇ ਉੱਪਰ WhatsApp ਕਰਕੇ ਜਾਂ ਕਾਲ ਕਰਕੇ ਕੋਰਸ ਦੀ ਇਨਫੋਰਮੇਸ਼ਨ ਲੈ ਕੇ ਕੋਰਸ ਨੂੰ ਪਰਚੇਸ ਕਰ ਸਕਦੇ ਹੋ। ਇਸ ਤੋਂ ਬਿਨਾਂ ਜਿਹੜੇ ਬੱਚੇ ਸਾਡੇ ਨਾਲ ਫ੍ਰੀ YouTube ਦੇ ਉੱਪਰ ਜੁੜੇ ਹੋਏ ਨੇ ਤਾਂ ਉਹ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰੋ, ਵੀਡੀਓਜ਼ ਨੂੰ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਕੀਤੀ ਜਾਏ, ਠੀਕ ਹੈ, ਤਾਂ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਕਲਾਸ ਦੇ ਨਾਲ ਜੁੜ ਸਕੋ। ਇਸ ਤੋਂ ਬਿਨਾਂ ਜੇ ਤੁਹਾਡੇ ਲਈ ਵੀਡੀਓ ਹੈਲਪਫੁਲ ਹੋ ਰਹੀ ਹੈ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰੋ, ਸਾਡੇ ਲਈ ਇੱਕ ਬੈਸਟ ਮੋਟੀਵੇਸ਼ਨ ਹੋਗੀ। तब ਅਸੀਂ स्टार्ट करते हैं जी आज की क्लास। फर्स्ट क्वेश्चन है बेटा जी अपने को, प्रीनेटल डायग्नोस्टिक टेक्निक इज मेनली कॉज ऑफ विच गर्ल रिलेटेड इशू। प्रीनेटल की हैगा बेटा जी ਬੱਚੇ ਦੇ ਜਨਮ ਤੋਂ ਪਹਿਲਾਂ ਦੀ ਸਿਚੁਏਸ਼ਨ ਆ, ਠੀਕ ਹੈ। ਪ੍ਰੀਨੇਟਲ ਯਾਨੀ ਬਰਥ ਤੋਂ ਪਹਿਲਾਂ ਦਾ ਉਹ ਸਮਾਂ ਜਦੋਂ ਬੱਚਾ 9 ਮੰਥ, ਠੀਕ ਹੈ, ਆਪਣੀ ਮਦਰ ਦੇ ਵੌਮ ਦੇ ਵਿੱਚ ਹੁੰਦਾ। ਤਾਂ ਸਿੰਪਲ ਇਟਸ ਅ ਪੀਰੀਅਡ ਜਦੋਂ ਇੱਕ ਬੱਚਾ ਮਦਰ ਦੇ ਪੇਟ ਦੇ ਵਿੱਚ ਆ। ਸਿੰਪਲ ਆਪਾਂ ਇਹ ਕਹਿ ਸਕਦੇ ਹਾਂ ਪੀਰੀਅਡ ਆਫ ਕੰਸੈਪਸ਼ਨ ਟੂ ਬਰਥ, ਠੀਕ ਹੈ। ਕੰਸੈਪਸ਼ਨ ਮਤਲਬ ਜਦੋਂ ਇੱਕ ਬੱਚਾ ਕੰਸੀਵ ਹੋਇਆ ਉਦੋਂ ਤੋਂ ਲੈ ਕੇ ਜਦੋਂ ਤੱਕ ਉਹਦਾ ਬਰਥ ਨਹੀਂ ਹੋ ਜਾਂਦਾ ਉਦੋਂ ਤੱਕ ਦਾ ਜੋ ਸਮਾਂ ਹੈਗਾ ਉਹ ਪ੍ਰੀਨੇਟਲ ਆ। ਤਾਂ ਪ੍ਰੀਨੇਟਲ ਡਾਇਗਨੋਸਟਿਕ ਟੈਕਨੀਕ ਕੀ ਹੋਈ? ਡਾਇਗਨੋਸਟਿਕ ਮਤਲਬ जानना, पहचानना, तफ्शीश करना, है ना, जानना केड़ी चीज नु जानना, सेक्स ऑफ चाइल्ड, ठीक है, चाइल्ड दा सेक्स जानना कि वो मेल आ ਜਾਂ ਬੱਚਾ ਫੀਮੇਲ ਆ, ਠੀਕ ਹੈ। ਤਾਂ ਇਹ ਟੈਕਨੀਕ ਹੀ ਹੈਗੀ ਆ ਪ੍ਰੀਨੇਟਲ ਡਾਇਗਨੋਸਟਿਕ ਟੈਕਨੀਕ। ਤੁਸੀਂ ਦੇਖਿਆ ਹੋਣਾ ਸਕੈਨਿੰਗ ਪਹਿਲਾਂ ਕੁਝ ਸਮੇਂ ਦੇ ਵਿੱਚ, ਖਾਸ ਕਰਕੇ ਬੇਟਾ ਜੇ ਅਸੀਂ 80s ਦੇ ਦੌਰ ਦੇ ਵਿੱਚ ਜਾਈਏ, 1980s ਦੀ ਗੱਲ ਕਰਦੇ ਹਾਂ, ਹਨਾ, ਤਾਂ 1980s ਦੇ ਦੌਰ ਦੇ ਵਿੱਚ ਕੀ ਸੀਗੀ, ਪ੍ਰੀਨੇਟਲ ਡਾਇਗਨੋਸਟਿਕ ਟੈਕਨੀਕ ਸਾਹਮਣੇ ਆਈਆਂ। ਜਦੋਂ ਪ੍ਰੀਨੇਟਲ ਡਾਇਗਨੋਸਟਿਕ ਟੈਕਨੀਕ ਸਾਹਮਣੇ ਆਇਆ ਤਾਂ ਉਹਦੇ ਨਾਲ ਬੱਚੇ ਦਾ ਸੈਕਸ ਰਿਵੈਲ ਹੋਣ ਲੱਗ ਗਿਆ, ਹਨਾ। ਪਹਿਲਾਂ ਇੱਕ ਚੀਜ਼ ਹੁੰਦੀ ਸੀ ਸਾਡੇ ਕੋਲ ਫੀਮੇਲ ਇਨਫੈਂਟੀਸਾਈਡ। ਇਨਫੈਂਟੀਸਾਈਡ ਕੀ ਹੁੰਦਾ ਸੀਗਾ? ਕਿਲਡ ਗਰਲ ਚਾਈਲਡ ਆਫਟਰ ਬਰਥ। ਕਿਉਂਕਿ ਸਾਡੇ ਕੋਲ ਡਾਇਗਨੋਸਟਿਕ ਟੈਕਨੀਕ ਨਹੀਂ ਸੀ। ਜਦੋਂ ਬੱਚਾ ਜਨਮ ਲੈਂਦਾ ਸੀ ਤਾਂ ਉਦੋਂ ਪਤਾ ਲੱਗਦਾ ਸੀਗਾ ਕਿ ਇੱਕ ਕੁੜੀ ਹੋਈ ਆ, ਤੇ ਕੁੜੀਆਂ ਨੂੰ ਜਿਹੜਾ ਸੀਗਾ ਜੈਂਡਰ ਬਾਇਸ ਦਾ ਸਾਹਮਣਾ ਕਰਨਾ ਪਿਆ ਹਮੇਸ਼ਾ ਤੋਂ। ਤਾਂ ਕੁੜੀਆਂ ਨੂੰ ਜਿਹੜਾ ਸੀਗਾ ਜਦੋਂ ਉਹਨਾਂ ਦਾ ਜਨਮ ਹੁੰਦਾ ਸੀ, ਕੁੜੀ ਨਿਕਲ ਤੇ ਉਹਨੂੰ ਮਾਰ ਦਿੱਤਾ ਜਾਂਦਾ ਸੀਗਾ, ਤਾਂ ਉਹ ਕੀ ਸੀਗਾ? ਫੀਮੇਲ ਇਨਫੈਂਟੀਸਾਈਡ, ਠੀਕ ਹੈ। ਬਟ 80s ਦੇ ਦੌਰ ਦੇ ਵਿੱਚ ਕੀ ਹੁੰਦਾ ਬੇਟਾ? ਪ੍ਰੀਨੇਟਲ ਡਾਇਗਨੋਸਟਿਕ ਟੈਕਨੀਕ ਆ ਗਈਆਂ। ਮਤਲਬ ਕੀ ਹੋਇਆ ਕਿ ਜਦੋਂ ਬੱਚਾ ਮਦਰ ਦੀ ਵੌਮ ਦੇ ਵਿੱਚ ਆ ਤਾਂ ਉਦੋਂ ਹੀ ਇਹ ਪਤਾ ਲੱਗ ਗਿਆ ਕਿ ਬੱਚੇ ਦਾ ਸੈਕਸ ਮੇਲ ਆ ਜਾਂ ਫੀਮੇਲ ਆ। ਤਾਂ ਉਸ ਸਿਚੁਏਸ਼ਨ ਦੇ ਵਿੱਚ ਜੇ ਬੱਚੇ ਦਾ ਸੈਕਸ ਆ ਜਿਹੜਾ ਉਹ ਫੀਮੇਲ ਨਿਕਲਿਆ ਤਾਂ ਉਹਨੂੰ ਮਦਰ ਦੇ ਪੇਟ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਸੀ। ਤਾਂ ਇਹਦਾ ਮਤਲਬ ਉਹ ਕੀ ਟੈਕਨੀਕ ਹੋ ਗਈ ਸਾਡੇ ਕੋਲ? ਫੀਮੇਲ। ਉਹ ਇਸ਼ੂ ਕੀ ਹੋ ਗਿਆ ਸਾਡੇ ਕੋਲ? ਫੀਮੇਲ ਫਰਟੀਸਾਈਡ। ਇਹਦਾ ਮਤਲਬ ਕੀ ਆ ਕਿ ਪ੍ਰੀਨੇਟਲ ਡਾਇਗਨੋਸਟਿਕ ਟੈਕਨੀਕ ਜਿਹੜੀ ਉਹ ਮੇਨਲੀ ਕਿਹਦਾ ਕਾਜ਼ ਹੋਈ, ਕਿਹੜਾ ਇਸ਼ੂ ਉਹਦੇ ਕਰਕੇ ਪੈਦਾ ਹੋਇਆ? ਦੈਟ ਇਜ਼ ਅ ਫੀਮੇਲ ਫਰਟੀਸਾਈਡ। ਤਾਂ ਦੋਨਾਂ ਚੀਜ਼ਾਂ ਨੂੰ ਸਮਝਣਾ। ਜਦੋਂ ਆਫਟਰ ਬਰਥ ਲੜਕੀ ਨੂੰ ਮਾਰਿਆ ਜਾਊਗਾ, ਆਫਟਰ ਬਰਥ, ਦੈਟ ਇਜ਼ ਅ ਫੀਮੇਲ ਇਨਫੈਂਟੀਸਾਈਡ। ਜਦੋਂ ਮਦਰ ਦੇ ਪੇਟ ਦੇ ਵਿੱਚ ਹੀ ਬੱਚਾ ਅਬੋਰਟ ਕਰ ਦਿੱਤਾ ਜਾਂਦਾ, ਮਾਰ ਦਿੱਤਾ ਜਾਂਦਾ, ਦੈਟ ਇਜ਼ ਅ ਬਿਫੋਰ ਬਰਥ, ਠੀਕ ਹੈ, ਦੈਟ ਇਜ਼ ਅ ਫੀਮੇਲ ਫਰਟੀਸਾਈਡ, ਠੀਕ ਹੈ, ਬਿਫੋਰ ਬਰਥ। ਤਾਂ ਜਦੋਂ ਬੱਚਾ ਮਦਰ ਦੀ ਫੌਮ ਦੇ ਵਿੱਚ ਆਊਗਾ, ਠੀਕ ਹੈ ਜੀ। ਤਾਂ ਸਾਡੀ ਡਾਇਗਨੋਸਟਿਕ ਟੈਕਨੀਕ ਆਉਣ ਦੇ ਨਾਲ ਫੀਮੇਲ ਫਰਟੀਸਾਈਡ ਦੀ ਸਮੱਸਿਆ ਜਿਹੜੀ ਉਹ ਭਾਰਤ ਦੇ ਵਿੱਚ ਵਧੀ। Then beta next question हैगा, prenatal diagnostic technique at 1994 was amended in which year and renamed as PCPNDT, ਠੀਕ ਹੈ ਜੀ, ਕਲੀਅਰ। ਦੇਖੋ ਜਿਹੜੀ ਪ੍ਰੀਨੇਟਲ, ਵੈਸੇ ਤੁਹਾਨੂੰ ਤੁਸੀਂ ਸਭ ਨੇ ਸੁਣਿਆ ਹੋਣਾ ਜਿਹੜੀਆਂ ਫੋਰਨ ਕੰਟਰੀਜ਼ ਨੇ ਉੱਥੇ ਬੱਚੇ ਦਾ ਜੈਂਡਰ ਸੈਕਸ ਰਿਵੈਲ ਕੀਤਾ ਜਾਂਦਾ। ਇੰਡੀਆ ਦੇ ਵਿੱਚ ਟੈਕਨੀਕ ਸ਼ੁਰੂ ਹਨਾ ਹੋਈ, ਬਟ ਕਿਉਂਕਿ ਉਹਦੇ ਜਿਹੜੇ ਕਨਸੀਕੁਐਂਸਸ ਨਿਕਲੇ ਉਹ ਬਹੁਤ ਜ਼ਿਆਦਾ ਡਿਫਰੈਂਟ ਸੀ। ਲੋਕਾਂ ਨੇ ਆਪਣੀ ਸੋਚ ਦੇ ਹਿਸਾਬ ਨਾਲ ਲੜਕੀਆਂ ਨੂੰ ਮਾਰਨਾ ਸ਼ੁਰੂ ਕਰਤਾ। ਤੇ ਇਹਦਾ ਮਤਲਬ ਇਸ ਚੀਜ਼ ਨੂੰ ਬੈਨ ਕਰਨ ਦੇ ਲਈ, ਇਹਦੇ ਮਿਸਯੂਜ਼ ਨੂੰ ਬੈਨ ਕਰਨ ਦੇ ਲਈ ਫਿਰ ਇੱਕ ਐਕਟ ਬਣਿਆ, ਠੀਕ ਹੈ। ਦੇਖੋ ਪ੍ਰੀਨੇਟਲ ਡਾਇਗਨੋਸਟਿਕ ਟੈਕਨੀਕ ਐਕਟ ਕਦੋਂ ਬਣਿਆ? 1994 ਦੇ ਵਿੱਚ, ਠੀਕ ਹੈ, ਜਿਹਦਾ ਮੇਨ ਟਾਰਗੇਟ ਕੀ ਸੀਗਾ ਕਿ ਇੰਡੀਆ ਦੇ ਵਿੱਚ ਜਿਹੜਾ ਫੀਮੇਲ ਫਰਟੀਸਾਈਡ ਹੋ ਰਹੀ ਹੈ, ਠੀਕ ਹੈ, ਫੀਮੇਲ ਫਰਟੀਸਾਈਡ,
इन इंडिया ਉਹਨੂੰ ਕੀ ਕਰਨਾ ਹੈਗਾ, ਖਤਮ ਕਰਨਾ, ਉਸ ਪ੍ਰੋਬਲਮ ਨੂੰ ਟੈਕਲ ਕਰਨਾ। ਜਿਹੜਾ ਇਹ ਐਕਟ ਸੀਗਾ ਬੇਟਾ ਇਹ 2003 ਦੇ ਵਿੱਚ ਅਮੈਂਡ ਕੀਤਾ ਗਿਆ, ਠੀਕ ਹੈ, ਸੋਧਿਆ ਗਿਆ, ਕਾਫੀ ਚੇਂजेस ਇਹਦੇ ਵਿੱਚ ਲੈ ਕੇ ਆਂਦੀਆਂ ਗਈਆਂ। ਖਾਸ ਕਰਕੇ ਮੇਜਰ ਚੇਂਜ ਕੀ ਲੈ ਕੇ ਆਂਦੀ ਗਈ ਕਿ ਜਿਹੜਾ ਪ੍ਰੀਨੇਟਲ ਡਾਇਗਨੋਸਟਿਕ ਟੈਕਨੀਕ ਸੀਗੀ ਉਹਦਾ ਨਾਮ ਬਦਲ ਕੇ ਕੀ ਕਰ ਦਿੱਤਾ ਗਿਆ ਜੀ, ਪ੍ਰੀ कंसेप्शन और कंसेप्चुअल एनीथिंग, ठीक है, कंसेप्शन एंड प्रीनेटल डायग्नोस्टिक टेक्निक एक्ट, ठीक है, टेक्निक एक्ट क्लियर। ਇਹਦਾ ਜਿਹੜਾ ਸੀ 2000 ਦੇ ਵਿੱਚ ਮੇਜਰ ਜਿਹੜਾ ਪ੍ਰੀ ਸਿਲੈਕਸ਼ਨ ਸੀਗੀ, ਸੈਕਸ ਪ੍ਰੀ ਸਿਲੈਕਸ਼ਨ ਸੀਗੀ ਕਿ ਪਹਿਲਾਂ ਹੀ ਬੱਚੇ ਦੇ ਸੈਕਸ ਨੂੰ ਹਨਾ ਜਾਣਾ ਉਹਨੂੰ ਖਤਮ ਕਰਨ ਦੇ ਲਈ ਮੇਨ ਜਿਹੜਾ ਸੀਗਾ ਬਣਾਇਆ ਗਿਆ ਸੀਗਾ ਇੰਡੀਆ ਦੇ ਵਿੱਚ, ਠੀਕ ਹੈ ਜੀ ਕਲੀਅਰ। ਤਾਂ ਇਹ ਕਾਫੀ ਇੰਪੋਰਟੈਂਟ ਹੈ, ਜਦੋਂ ਫੀਮੇਲ ਫੀਟੀਸਾਈਡ ਦੀ ਸਮੱਸਿਆ ਵਧੀ ਤਾਂ ਫਿਰ ਭਾਰਤ ਦੇ ਵਿੱਚ ਉਹਨੂੰ ਖਤਮ ਕਰਨ ਦੇ ਲਈ ਫਿਰ ਜਿਹੜੇ ਸੀਗੇ ਐਕਟ ਸਾਡੇ ਕੋਲ ਸਾਹਮਣੇ ਆਏ 1994 ਦੇ ਵਿੱਚ, ਤੇ ਫਿਰ ਉਹਨੂੰ ਅਮੈਂਡ ਕਦੋਂ ਕੀਤਾ ਗਿਆ ਜੀ, ਕਦੋਂ ਅਮੈਂਡ ਕੀਤਾ ਗਿਆ 2003 ਦੇ ਵਿੱਚ, ਠੀਕ ਹੈ ਜੀ। ਨੈਕਸਟ ਕੁਐਸਚਨ, according to NFHS 5, ठीक है, how many girls married before 18 year, ठीक है। खास करके बेटा ਜਿਹੜਾ ਇਹ ਸਰਵੇ ਹੈਗਾ ਨਾ ਇਹ ਕਿਹੜੇ ਏਜ ਗਰੁੱਪ ਦੇ ਲਈ ਹੈਗਾ, ਜਿਹੜੀਆਂ ਗਰਲਸ ਹੁਣ 20 ਤੋਂ 24 ਦੇ ਬਿਟਵੀਨ ਹੈਗੀਆਂ ਨੇ, ਠੀਕ ਹੈ, ਜਿਨ੍ਹਾਂ ਦਾ ਦੀ ਮੈਰਿਜ 18 ਈਅਰ ਤੋਂ ਪਹਿਲਾਂ ਹੋ ਚੁੱਕੀ ਹੈ, ਉਹਨਾਂ ਦਾ ਡਾਟਾ, ਠੀਕ ਹੈ। ਦੇਖੋ NFHS ਕੀ ਹੈ, ਇਹਦੀ ਹਰ ਵਾਰ ਰਿਪੋਰਟ ਆਉਂਦੀ ਆ, ਹੁਣ ਜਿਹੜੀ ਦੀ ਰਿਪੋਰਟ ਆਈ ਆ NFH 5th ਰਿਪੋर्ट है, ठीक है, मतलब इस तो पहला भी 4 रिपोर्ट आ चुकी ने। ਇਹਦੀ ਫੁੱਲ ਫਾਰਮ ਕੀ ਹੈਗਾ, ਨੈਸ਼ਨਲ ਫੈਮਿਲੀ ਹੈਲਥ ਸਰਵੇ, ठीक है जी। ਤੇ 5th ਰਿਪੋर्ट ਆ ਜਿਹੜੀ ਇਹ ਰਿਪੋर्ट ਹੈਗੀ ਆ ਬੇਟਾ, ਇਹਦੇ ਚ ਮੇਨਲੀ ਕੀ ਆਖਿਆ ਗਿਆ ਹੈਗਾ ਕਿ ਕਿੰਨੀਆਂ ਗਰਲਸ ਹੈਗੀਆਂ ਨੇ ਜਿਹੜੀਆਂ 18 ਈਅਰ ਤੋਂ ਪਹਿਲਾਂ ਮੈਰਿਜ ਜਿਨ੍ਹਾਂ ਦੀ ਹੋਈ ਆ, ਤਾਂ ਉਹਨਾਂ ਦਾ ਡਾਟਾ ਹੈਗਾ 23। ਇੱਥੇ ਬੇਟਾ ਮੈਂ 3rd ਰਿਪੋर्ट ਦਾ ਵੀ ਜ਼ਿਕਰ ਕਰੂੰਗੀ, NFHS, ਠੀਕ ਹੈ, 3rd ਰਿਪੋर्ट ਸੀ ਜਿਹੜੀ ਬੇਟਾ, ਉਹਦੇ ਚ ਇਹ ਡਾਟਾ ਕਿੰਨਾ ਸੀਗਾ ਸਾਡੇ ਕੋਲ, ਕਿੰਨੀਆਂ ਪਰਸੈਂਟੇਜ ਸੀਗੀਆਂ, that was 47.3%। ਇਟ ਮੀਨਸ ਇੰਪਰੂਵਮੈਂਟ ਹੋ ਰਹੀ ਆ ਨੈਚੁਰਲੀ, ਹੈ ਨਾ, ਸਮੇਂ ਦੇ ਹਿਸਾਬ ਨਾਲ ਕਾਫੀ ਚੇਂजेस ਹੋ ਰਹੀਆਂ, ਔਰ ਇਹ ਪਰਸੈਂਟੇਜ ਕਾਫੀ ਘਟ ਗਈ ਆ, ਬਟ ਫਿਰ ਵੀ ਜਿਹੜੀ ਇਹ ਸਮੱਸਿਆ ਹੈਗੀ ਆ ਗਰਲ ਚਾਈਲਡ ਦੀ ਮੈਰਿਜ ਦੀ, ਹੈ ਨਾ, ਉਹ ਭਾਰਤ ਦੇ ਵਿੱਚ ਹਜੇ ਵੀ ਹੈ, ਠੀਕ ਹੈ। ਗਰਲ ਚਾਈਲਡ ਦੀ ਮੈਰਿਜ ਦਾ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਲੜਕੀ ਦਾ ਵਿਆਹ 18 ਇਅਰਸ ਤੋਂ ਪਹਿਲਾਂ ਹੁੰਦਾ ਉਹ ਸਾਰੇ ਨੂੰ ਅਸੀਂ ਕੀ ਕੰਸੀਡਰ ਕਰਦੇ ਆ, ਚਾਈਲਡ ਮੈਰਿਜ। ਦੈਨ ਬੇਟਾ ਨੈਕਸਟ ਹੈਗਾ ਆਪਣੇ ਕੋਲ, then change the name of Child Marriage Restraint Act 1929 as Prohibition of Child Marriage Act, यानी कि PCMA, ठीक है। ਜਿਹੜਾ ਚਾਈਲਡ ਮੈਰਿਜ ਰੈਸਿਸਟੈਂਟ ਐਕਟ ਹੈਗਾ ਉਹਦਾ ਨਾਮ ਬਦਲ ਕੇ PCMA यानी कि Prohibition of Child Marriage Act ਕਦੋਂ ਰੱਖਿਆ ਗਿਆ। ਦੇਖੋ ਬੇਟਾ ਜਿਹੜਾ ਸਾਡੇ ਕੋਲ ਪਹਿਲਾ ਐਕਟ ਸੀਗਾ ਉਹ ਸੀਗਾ ਚਾਈਲਡ ਮੈਰਿਜ ਰੈਸਿਸਟੈਂਟ ਐਕਟ 1929। ਇਸ ਐਕਟ ਦੇ ਵਿੱਚ ਕੀ ਸੀਗਾ ਬੇਟਾ, ਇਸ ਐਕਟ ਦੇ ਵਿੱਚ ਜਿਹੜੀ ਗਰਲ ਦੀ ਮੈਰਿਜ ਦੀ ਏਜ ਸੀਗੀ, ਠੀਕ ਹੈ, ਤੇ ਬॉय ਦੀ ਮੈਰਿਜ ਦੀ ਏਜ ਸੀਗੀ, ਉਹ ਕਿੰਨੀਆਂ ਕੀਤੀਆਂ ਗਈਆਂ, ਗਰਲ ਦੀ ਏਜ ਹੈਗੀ ਆ 14 ਇਅਰਸ, ਠੀਕ ਹੈ, 1929 ਦੇ ਵਿੱਚ, ਤੇ ਬॉय ਦੀ ਸੀਗੀ 18 ਇਅਰਸ, ਠੀਕ ਹੈ। ਲੇਟਰ ਔਨ ਇਹ ਜਿਹੜਾ ਐਕਟ ਸੀਗਾ ਇਹਨੂੰ 1978 ਦੇ ਵਿੱਚ ਅਮੈਂਡ ਕੀਤਾ ਗਿਆ, ਤੇ ਬॉय ਦੀ ਤੇ ਗਰਲ ਦੀ ਏਜ ਸੀਗੀ ਜਿਹੜੀ ਉਹ ਚੇਂਜ ਕਰ ਦਿੱਤੀ ਗਈ। ਬॉय ਦੀ ਏਜ ਇਹਦੇ ਵਿੱਚ ਕਰ ਦਿੱਤੀ ਗਈ 21 ਇਅਰਸ, ਠੀਕ ਹੈ, ਤੇ ਗਰਲ ਦੀ ਏਜ ਕਿੰਨੀ ਕਰ ਦਿੱਤੀ ਗਈ 18 ਇਅਰਸ, ਠੀਕ ਹੈ ਜੀ, 18 ਇਅਰਸ, ਠੀਕ ਹੈ। ਦੈਨ ਬੇਟਾ ਜੀ ਲੇਟਰ ਔਨ ਜਿਹੜਾ ਇਹ ਵਾਲਾ ਐਕਟ ਸੀਗਾ ਸਾਡੇ ਕੋਲ ਚਾਈਲਡ ਮੈਰਿਜ ਰੈਸਿਸਟੈਂਟ ਐਕਟ ਸੀਗਾ, ਉਹ ਲੇਟਰ ਔਨ 2006 ਦੇ ਵਿੱਚ ਅਮੈਂਡ ਹੋਇਆ, ਤੇ ਇਸ ਐਕਟ ਦਾ ਨਾਮ ਬਦਲ ਕੇ ਕੀ ਕਰ ਦਿੱਤਾ ਗਿਆ ਜੀ, ਪ੍ਰੋਹਿਬਿਸ਼ਨ ਆਫ ਚਾਈਲਡ ਮੈਰਿਜ ਐਕਟ, ਠੀਕ ਹੈ। ਏਜ ਇਹਦੇ ਚ ਉਹੀ ਰਹੀ 20 ਇਅਰ ਤੇ 18 ਇਅਰ ਦੀ, ਠੀਕ ਹੈ। ਹੁਣ ਜਿਹੜਾ ਹੈਗਾ ਫਿਰ ਇੱਕ ਬਿੱਲ ਜਿਹੜਾ ਪੇਸ਼ ਕੀਤਾ ਗਿਆ 2021 ਦੇ ਵਿੱਚ, ਠੀਕ ਹੈ, PCMA यानी कि प्रोहिबिशन ऑफ चाइल्ड मैरिज एक्ट अमेंडमेंट बिल, ठीक है। बिल हजे ये एक्ट नहीं बनया। ਇਹਦੇ ਚ ਕੀ ਆਖਿਆ ਗਿਆ ਬੇਟਾ ਜੀ ਕਿ ਇਹਦੇ ਚ ਗਰਲ ਦੀ ਜਿਹੜੀ ਮੈਰਿਜ ਦੀ ਏਜ ਹੈਗੀ ਉਹ ਬॉयਜ਼ ਦੇ ਬਰਾਬਰ ਹੀ 21 ਇਅਰਸ ਕਰਨ ਦੀ ਗੱਲ ਆਖੀ ਗਈ ਆ, ਬਟ ਇਹਨੂੰ ਲੈ ਕੇ ਕਾਫੀ ਸਾਰੀ ਡਿਬੇਟ ਡਿਸਕਸ਼ਨ ਚੱਲ ਰਹੀਆਂ ਨੇ, ਤਾਂ ਅਲਟੀਮੇਟਲੀ ਕੀ ਨਤੀਜਾ ਨਿਕਲੂਗਾ ਉਸੇ ਵੇਟ ਦੇ ਵਿੱਚ ਆ, ਠੀਕ ਹੈ। ਤਾਂ ਫਿਲਹਾਲ ਜਿਹੜਾ ਹੈਗਾ ਆਪਣੇ ਕੋਲ ਡੇਟ ਸਾਹਮਣੇ ਆ ਗਈ 2006, ਤੇ ਜਿਹੜਾ 1929 ਵਾਲਾ ਚਾਈਲਡ ਮੈਰਿਜ ਰੈਸਿਸਟੈਂਟ ਐਕਟ ਸੀਗਾ ਉਹਦਾ ਨਾਮ ਬਦਲ ਕੇ ਪ੍ਰੋਹਿਬਿਸ਼ਨ ਆਫ ਚਾਈਲਡ ਮੈਰਿਜ ਐਕਟ ਕਦੋਂ ਕੀਤਾ ਗਿਆ ਜੀ 2006 ਦੇ ਵਿੱਚ।
नेक्स्ट क्वेश्चन बेटा जी अपने कोल किशोरी शक्ति योजना 2000 launched for addressing the problem of health and nutrition among। ਤਾਂ ਦੇਖੋ ਬੇਟਾ ਕਿਸ਼ੋਰੀ ਨਾਮ ਤੋਂ ਹੀ ਕਲੀਅਰ ਆ ਕਿਸ਼ੋਰੀ ਕਿਹੜੀਆਂ ਹੁੰਦੀਆਂ ਉਹ ਵਾਲੀਆਂ ਗਰਲਸ ਜਿਨ੍ਹਾਂ ਦਾ ਏਜ ਗਰੁੱਪ ਕੀ ਹੈਗਾ ਬੇਟਾ ਜੀ ਅਡੋਲੋਸੈਂਟ ਵਾਲਾ ਏਜ ਗਰੁੱਪ ਸਾਡੇ ਕੋਲ ਕੀ ਆ ਗਿਆ 11 ਜਾਂ ਆਪਾਂ ਕੀਏ 12 to 19 ਇਅਰਸ 12 to 19 ਇਅਰਸ ਵਾਲੀਆਂ ਜਿਹੜੀਆਂ ਗਰਲਸ ਨੇ ਤਾਂ ਇਹ ਜਿਹੜਾ ਕਿਸ਼ੋਰੀ ਕੀ ਹੋ ਗਿਆ ਕਿਸ਼ੋਰੀ ਮਤਲਬ ਅਡੋਲੋਸੈਂਟ ਗਰਲਸ ਤਾਂ ਅਡੋਲੋਸੈਂਟ ਗਰਲਸ ਦੇ ਲਈ ਹੀ ਇਹ ਪ੍ਰੋਗਰਾਮ ਸੀਗਾ ਜਿਹੜਾ 2000 ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ ਲਾਂਚ ਕੀਤਾ ਗਿਆ ਸੀਗਾ ਠੀਕ ਹੈ ਜਿਹਦਾ ਮੇਨ ਪਰਪਸ ਕੀ ਸੀਗਾ ਕਿ ਜਿਹੜੀਆਂ ਗਰਲਸ ਨੇ ਉਹਨਾਂ ਦੀ ਹੈਲਥ ਨੂੰ ਤੇ ਉਹਨਾਂ ਦੇ ਨਿਊਟ੍ਰੀਸ਼ਨ ਨੂੰ ਇੰਪਰੂਵ ਕੀਤਾ ਜਾਵੇ ਇਹ ਜਿਹੜਾ ਪ੍ਰੋਗਰਾਮ ਸੀ ਬੇਟਾ ਜੀ ਕਿਸ਼ੋਰੀ ਸ਼ਕਤੀ योजना सी जी ICDS का ही पार्ट सी ICDS बहुत इंपॉर्टेंट है जो डेफिनेटली ਤੁਹਾਨੂੰ एग्जाम ਦੇ ਵਿੱਚ पेपर ਦੇ ਵਿੱਚ क्वेश्चन मिलूगा ICDS की फुल फॉर्म की है इंटीग्रेटेड चाइल्ड डेवलपमेंट सर्विसेज स्कीम ठीक है सर्विसेज स्कीम 1975 ਦੇ ਵਿੱਚ ਆਈ ਸੀ ਜਿਹੜਾ ਚਾਈਲਡ ਨੈਸ਼ਨਲ ਪਾਲਿਸੀ ਫॉर ਚਿਲड्रन ਸੀਗੀ 1974 ਦੇ ਵਿੱਚ ਉਸ ਤੋਂ ਬਾਅਦ ਇਸ ਪ੍ਰੋਗਰਾਮ ਨੂੰ ਲਾਂਚ ਕੀਤਾ ਗਿਆ ਸੀ ICDS ਨੂੰ 1975 ਦੇ ਵਿੱਚ ਕੁਝ ਪਾਇਲਟ ਬੇਸਿਸ ਦੇ ਉੱਪਰ ਉਸ ਤੋਂ ਬਾਅਦ ਆ ਫਿਰ ਇਹ 11th ਪਲਾਨ 11th 5 ਈਅਰ ਪਲਾਨ ਦੇ ਅੰਦਰ ਇਹਨੂੰ ਯੂਨੀਵਰਸਲਾਈਜ਼ ਕਰ ਦਿੱਤਾ ਗਿਆ ਸੀ ਇਸ ਪ੍ਰੋਗਰਾਮ ਦੇ ਅੰਦਰ ਹੀ ਜਿਹੜੀਆਂ ਅਡੋਲੋਸੈਂਟ ਗਰਲ ਚਾਈਲਡ ਹੈਗੇ ਉਹਨਾਂ ਲਈ ਕਿਸ਼ੋਰੀ ਸ਼ਕਤੀ ਯੋਜਨਾ ਇੰਟਰੋਡਿਊਸ ਕੀਤੀ ਗਈ ਹੈ ਠੀਕ ਹੈ ਜੀ ਕਲੀਅਰ ਉਸ ਤੋਂ ਬਾਅਦ ਬੇਟਾ ਜੀ ਲੇਟਰ ਔਨ ਜਿਹੜਾ एक प्रोग्राम सीगा किशोरी शक्ति योजना ਉਹਦੇ ਲਈ ਹੀ 2002-3 ਦੇ ਵਿੱਚ ਜਿਹੜੀ ਰੀਇਨਫੋਰਸਮੈਂਟ ਕਰ ਲਈ ਇਸ ਪ੍ਰੋਗਰਾਮ ਨੂੰ ਫਿਰ ਨੈਸ਼ਨਲ ਪ੍ਰੋਗਰਾਮ ਫॉर द ਅਡੋਲੋਸੈਂਟ ਗਰਲਸ ਸਾਹਮਣੇ ਲਿਆਂਦਾ ਗਿਆ ਨੈਸ਼ਨਲ ਪ੍ਰੋਗਰਾਮ ਫॉर ਅਡੋਲੋਸੈਂਟ ਗਰਲਸ ਠੀਕ ਹੈ ਅਡੋਲੋਸੈਂਟ ਗਰਲਸ ਤਾਂ ਕਿਸ਼ੋਰੀ ਸ਼ਕਤੀ ਯੋਜਨਾ ਹੀ ਇੱਕ ਤਰੀਕੇ ਦੀ ਜਿਹੜੀ ਕਿ 2003-4 ਦੇ ਵਿੱਚ ਇੱਕ ਤਰੀਕੇ ਨਾਲ ਰੀਇਨਫੋਰਸ ਕੀਤੀ ਗਈ ਹੈ ਸੌਰੀ 2002-3 ਦੇ ਵਿੱਚ नेक्स्ट है बेटा जी अपने को इंटरनेशनल डे फॉर गर्ल चाइल्ड ऑब्जर्व्ड ऑन द इंटरनेशनल डे फॉर गर्ल चाइल्ड कदों तो ऑब्जर्व कदों तो एक तरीके नाल आपां कह सकते हैं कि मनाउणा शुरू किया गया ठीक है कदों किहड़े दिन के तौर पे ਅਸੀਂ ਉਹਨੂੰ ਸੈਲੀਬ੍ਰੇਟ ਕਰਦੇ ਹਾਂ ਤਾਂ दैट इज आ बेटा जी 11th अक्टूबर ठीक है जी 11th अक्टूबर ਨੂੰ UNO ਦੇ ਦੁਆਰਾ ਕਦੋਂ ਘੋਸ਼ਿਤ ਕੀਤਾ ਗਿਆ ਸੀ 2012 ਤੋਂ 2012 ਦੇ ਵਿੱਚ ਘੋਸ਼ਣਾ ਕੀਤੀ ਗਈ ਸੀ ਕਿ ਡੈਕਲੇਰੇਸ਼ਨ ਕੀਤੀ ਗਈ ਸੀ ਕਿ 11th ਅਕਤੂਬਰ ਨੂੰ ਅਸੀਂ गर्ल चाइल्ड के तौर पे इंटरनेशनल गर्ल चाइल्ड के तौर पे सैलीब्रेट करांगे जिहड़ा 10th दिसंबर हुंदा है कि हुंदा बेटा जी इंटरनेशनल डे फॉर ह्यूमन राइट्स डे आप सकदे हो ह्यूमन राइट्स डे 14 नवंबर की हैगा इंटरनेशनल और नेशनल चिल्ड्रंस डे ठीक है जी फिर 2 अक्टूबर ਨੂੰ ਕੀ ਹੁੰਦਾ बेटा जी इंटरनेशनल डे ऑफ नॉन वायलेंस गांधी जी का जन्म होया से ना नॉन वायलेंस क्लियर जी नेक्स्ट क्वेश्चन आएगा बेटा जी अपने कोल विच ऑफ द फॉलोइंग adopted by UNGA a girl child in India issues concern children ठीक है जी विच ऑफ फॉलोइंग adopted by UNGA मतलब की हैगा यूनाइटेड नेशन जनरल असेंबली ठीक है जनरल असेंबली ने कहते ਜਿਹੜੇ ਗਰਲ ਰਿਲੇਟਡ ਇਸ਼ੂਜ਼ ਹੈਗੇ ਨੇ ਹਨਾ ਖਾਸ ਕਰਕੇ ਉਹਨਾਂ ਨੂੰ ਟੈਕਲ ਕਰਨ ਦੇ ਲਈ UNG ਨੇ ਕਿਹੜੇ ਜਿਹੜੇ ਸੀਗੇ ਪ੍ਰੋਗਰਾਮ ਅਡਾਪਟ ਕੀਤੇ ਠੀਕ ਹੈ ਤਾਂ ਬੇਟਾ ਜੀ ਸਾਰੇ ਪ੍ਰੋਗਰਾਮ ਜਿਹਨੇ ਦਿੱਤੇ ਹੋਏ ਨੇ ਉਹ ਅਡਾਪਟ ਕੀਤੇ ਗਏ ਸੀਗੇ UN ਜਨਰਲ ਅਸੈਂਬਲੀ ਦੇ ਵੱਲੋਂ ਸਭ ਤੋਂ ਪਹਿਲਾ ਜਿਹੜਾ ਪ੍ਰੋਗਰਾਮ ਸੀ that is the United Nation Convention on the Rights of the Child ਠੀਕ ਹੈ ਜੀ ਜਿਹੜੀ ਇਹ ਸਭ ਤੋਂ ਪਹਿਲਾ ਪ੍ਰੋਗਰਾਮ ਸੀ ਜਿਹੜੇ ਕਨਵੈਨਸ਼ਨ ਸਮਝੌਤਾ ਹੋਇਆ ਸੀ ਸਾਰੇ ਦੇਸ਼ਾਂ ਨੇ ਇਹਦੇ ਉੱਪਰ ਜਿਹੜੇ ਦਾ ਪਾਰਟ ਨੇ ਉਹਨਾਂ ਨੇ ਇਹਦੇ ਉੱਪਰ ਸਾਈਨ ਕੀਤੇ ਸੀ ਦੈਨ CEDAW ਹੈਗਾ CEDAW ਕੀ ਹੈਗਾ ਬੇਟਾ ਜੀ ਕਨਵੈਨਸ਼ਨ ਇਹ ਵੀ ਕਨਵੈਨਸ਼ਨ ਔਨ ਦਾ elimination of all forms of discrimination against women ठीक है तो वुमेन ਦੇ ਅਗੇਂਸਟ ਜੋ ਡਿਸਕ੍ਰਿਮੀਨੇਸ਼ਨ ਹੁੰਦਾ ਉਹਦੇ ਲਈ ਇਹ ਪ੍ਰੋਗਰਾਮ ਇੰਟਰੋਡਿਊਸ ਕੀਤਾ ਗਿਆ ਸੀ then ਇੱਕ ਹੋਰ ਪ੍ਰੋਗਰਾਮ ਸਾਹਮਣੇ ਆਇਆ ਸੀ that is a word fit for children ਵੀ ਇੱਕ ਪ੍ਰੋਗਰਾਮ ਸੀਗਾ ਜਿਹੜਾ ਕਿ ਅਡਾਪਟ ਕੀਤਾ UNG ਨੇ ਇਹ ਤਿੰਨੋਂ ਪ੍ਰੋਗਰਾਮ ਅਡਾਪਟ ਕੀਤੇ ਗਏ ਸੀ ਇਟ ਮੀਨ ਸਾਡੇ ਕੋਲ ਆਨਸਰ ਕੀ ਆ ਗਿਆ all of
above, ठीक है जी। ਹੁਣ ਜਿਹੜੇ ਸਾਰੇ ਪ੍ਰੋਗਰਾਮ ਸੀਗੇ ਇਹਨਾਂ ਦਾ ਮੇਜਰ ਟਾਰਗੇਟ ਕੀ ਸੀਗਾ, ਕੀ ਕੰਸਰਨ ਸੀਗਾ ਕਿ ਜਿਹੜੀਆਂ ਗਰਲ ਚਾਈਲਡ ਹੈਗੀਆਂ ਨੇ ਉਹਨਾਂ ਨੂੰ ਬਰਾਬਰ ਅਪਰਚੂਨਿਟੀਜ਼ ਦਿੱਤੀਆਂ ਜਾਣ, ਠੀਕ ਹੈ, अपॉर्चुनिटीज प्रोवाइड कीतियां जान। कादी अपॉर्चुनिटीज दी अपॉर्चुनिटी टू बॉर्न बर्थ लैन दी मुंडियां दे बराबर, ठीक है। देन अपॉर्चुनिटी टू ग्रो सेफ, सेफ्टी उन्हां नूं प्रोवाइड कीती जावे, ठीक है जी। एंड सिक्योर एनवायरनमेंट, देन अपॉर्चुनिटी टू डेवलप वंस, अपनी डेवलपमेंट करन दी, ठीक है जी, एजुकेशन दी, सारियां चीजां दे विच शामिल कीता गया सी। देन बेटा जी साडे कोल नेक्स्ट क्वेश्चन है, विच British Act not deal with ban the female infanticide in India। ਤਾਂ ਫੀਮੇਲ ਇਨਫੈਂਟੀਸਾਈਡ ਜਾਨੀ ਕਿ ਜਿਹੜੀਆਂ ਬਰਥ ਤੋਂ ਬਾਅਦ ਲੜਕੀਆਂ ਨੂੰ ਮਾਰਿਆ ਜਾਂਦਾ ਸੀ, ਜਿਹੜਾ ਆਲਮੋਸਟ 18th ਸੈਂਚੁਰੀ ਦੇ ਵਿੱਚ ਜ਼ਿਆਦਾ ਵੱਡੇ ਲੈਵਲ ਦੇ ਉੱਪਰ ਪ੍ਰੋਬਲਮ ਹੋ ਗਈ ਸੀ। ਤੇ 18th ਸੈਂਚੁਰੀ ਦੇ ਵਿੱਚ ਇੰਡੀਆ ਦੇ ਵਿੱਚ ਰੂਲ ਕੌਣ ਕਰ ਰਹੇ ਸੀਗੇ? ਬ੍ਰਿਟਿਸ਼, ਠੀਕ ਹੈ, ਬ੍ਰਿਟਿਸ਼ ਰੂਲ ਕਰ ਰਹੇ ਸੀ ਇੱਕ ਤਰੀਕੇ ਨਾਲ। ਤਾਂ ਇਟ ਮੀਨਸ ਬ੍ਰਿਟਿਸ਼ ਨੇ ਜਿਹੜਾ ਡੈਫੀਨੇਟਲੀ ਕੋਈ ਨਾ ਕੋਈ ਰੂਲ ਆਪਾਂ ਕਿ ਸੁਧਾਰ ਕੀਤੇ ਹਨਾ। ਤਾਂ ਉਹਨਾਂ ਨੇ ਕਿਹੜੇ ਕਿਹੜੇ ਸੁਧਾਰ ਕਹਿੰਦੇ ਫੀਮੇਲ ਇਨਫੈਂਟੀਸਾਈਡ ਦੇ ਲਈ ਕੀਤੇ ਸੀ, ਤੇ ਉਹਨਾਂ ਵਿੱਚ ਕਿਹੜਾ ਸ਼ਾਮਲ ਨਹੀਂ ਆ, ਕਿਹੜਾ ਇਹਨਾਂ ਦੇ ਵਿੱਚੋਂ ਜਿਹੜਾ ਇਹਦੇ ਨਾਲ ਰਿਲੇਟਡ ਨਹੀਂ ਆ, ਠੀਕ ਹੈ ਬੇਟਾ ਜੀ। ਫੀਮੇਲ ਇਨਫੈਂਟੀਸਾਈਡ ਨੂੰ ਭਾਰਤ ਦੇ ਵਿੱਚੋਂ ਖਤਮ ਕਰਨ ਦੇ ਲਈ, ਕਿਉਂਕਿ ਖਾਸ ਤੌਰ ਤੇ ਨਾਰਥ ਤੇ ਵੈਸਟ ਇੰਡੀਆ ਜਿਹੜਾ ਹੈਗਾ ਉੱਥੇ ਬਹੁਤ ਮੇਜਰ ਪ੍ਰੋਬਲਮ ਹੋ ਰਹੀ ਸੀ, ਤਾਂ ਉਸ ਖੇਤਰਾਂ ਦੇ ਵਿੱਚ ਇਹਨੂੰ ਖਤਮ ਕਰਨ ਦੇ ਲਈ ਰੈਗੂਲੇਟਰੀ ਐਕਟ ਬਣਾਇਆ ਗਿਆ 1795 ਦੇ ਵਿੱਚ, ਜਿਹਨੂੰ ਬੰਗਾਲ ਰੈਗੂਲੇਟਰੀ ਐਕਟ ਵੀ ਆਖਦੇ ਆ। 1795 ਇਹਦਾ ਮੇਨ ਪਰਪਸ ਸੀਗਾ ਫੀਮੇਲ ਇਨਫੈਂਟੀਸਾਈਡ ਨੂੰ ਖਤਮ ਕਰਨਾ। ਰੈਗੂਲੇਟਿੰਗ ਐਕਟ 1802 ਐਂਡ ਦਾ ਐਕਟ ਜਿਹੜਾ 3 ਸੀਗਾ ਇਹ ਵੀ ਰੈਗੂਲੇਟਰੀ ਐਕਟ ਸੀਗਾ 1870, ਠੀਕ ਹੈ 1870। ਇਹ ਤਿੰਨੋਂ ਜਿਹੜੇ ਐਕਟ ਹੈਗੇ ਆ ਬੇਟਾ ਇਹਨਾਂ ਨੂੰ ਫੀਮੇਲ ਇਨਫੈਂਟੀਸਾਈਡ ਐਕਟ ਆਖਦੇ ਆ, ਫੀਮੇਲ ਇਨਫੈਂਟੀਸਾਈਡ ਐਕਟ, ਠੀਕ ਹੈ, ਇਨਫੈਂਟੀਸਾਈਡ ਐਕਟ। ਇਹਨਾਂ ਤਿੰਨਾਂ ਐਕਟ ਦੇ ਵਿੱਚ ਫੀਮੇਲ ਇਨਫੈਂਟੀਸਾਈਡ ਨੂੰ ਪ੍ਰੋਹਿਬਿਸ਼ਨ ਕਰਨ ਦੇ ਲਈ, ਰੋਕਣ ਦੇ ਲਈ ਐਕਟ ਬਣਾਏ ਗਏ ਸੀ। ਜਿਹੜਾ ਐਕਟ ਇਹਨਾਂ ਦੇ ਵਿੱਚ ਸ਼ਾਮਲ ਨਹੀਂ ਸੀ ਦੈਟ ਇਜ਼ ਆ ਰੈਗੂਲੇਟਿੰਗ ਐਕਟ 1793। ਨੈਕਸਟ ਕੁਐਸਚਨ ਹੈ ਸਾਡੇ ਕੋਲ 16 ASER, ठीक है जी। 16 ਜਿਹੜਾ ASER ਹੈਗਾ ਫੁੱਲ ਫਾਰਮ ASR ਦੀ ਕੀ ਹੈਗੀ ਹੈ ਜੀ? ਐਨੂਅਲ ਸਟੇਟਸ ਆਫ ਦਾ ਐਜੂਕੇਸ਼ਨ ਰਿਪੋਰਟ, ਠੀਕ ਹੈ। ਤਾਂ ਜਿਹੜੀ ASER ਹੈਗਾ ਇਹ ਕਹਿੰਦੇ ਪਬਲਿਸ਼ ਕਿਹੜੇ ਈਅਰ ਦੇ ਵਿੱਚ ਹੋਈ ਆ? ਕਿਹੜੀ 16 ਕਿਹੜੇ ਈਅਰ ਦੇ ਵਿੱਚ ਹੋਈ ਆ? ਤਾਂ 16 ਬੇਟਾ ਜੀ ਜਿਹੜੀ ਸਾਡੇ ਕੋਲ ਪਬਲਿਸ਼ ਹੋਈ ਆ ਦੈਟ ਇਜ਼ ਦਾ 2021 ਦੇ ਵਿੱਚ, ਜਿਹਦੇ ਚ 2019 ਤੇ 20 ਦੇ ਡਾਟੇ ਦੇ ਆਧਾਰ ਦੇ ਉੱਪਰ, ਡਾਟਾ ਦੇ ਆਧਾਰ ਦੇ ਉੱਪਰ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਸੀ, ਠੀਕ ਹੈ। ਇਸ ਰਿਪੋਰਟ ਦੇ ਵਿੱਚ ਬੇਟਾ ਕਾਫੀ ਜ਼ਿਆਦਾ ਜਿਹੜੇ ਡਾਟਾ ਪੇਸ਼ ਕੀਤੇ ਗਏ ਆ, ਜਿਨ੍ਹਾਂ ਵਿੱਚੋਂ ਮੇਜਰ ਡਾਟਾ ਪੇਸ਼ ਕੀਤਾ ਗਿਆ ਉਹ ਹੈਗਾ ਉਹਨਾਂ ਬੱਚਿਆਂ ਦਾ ਜਿਹੜੇ ਕਦੇ ਵੀ ਸਕੂਲ ਹੀ ਨਹੀਂ ਗਏ, ਜਿਨ੍ਹਾਂ ਨੇ ਕਦੇ ਵੀ ਐਜੂਕੇਸ਼ਨ ਪ੍ਰਾਪਤ ਕਰਨ ਦੇ ਲਈ ਸਕੂਲ ਨਹੀਂ ਪਹੁੰਚੇ। ਤਾਂ ਉਹਨਾਂ ਦਾ ਡਾਟਾ ਉਹਨਾਂ ਨੇ ਕਿੰਨਾ ਦੱਸਿਆ ਹੈਗਾ? 1.4 to 4.6%। ਕਹਿੰਦੇ ਉਹ ਬੱਚੇ ਨੇ ਜਿਹੜੇ ਹਜੇ ਤੱਕ ਸਕੂਲ ਦੇ ਵਿੱਚ ਐਂਟਰ ਹੀ ਨਹੀਂ ਕੀਤੇ, ਠੀਕ ਹੈ। ਉਹਨਾਂ ਦੀ ਏਜ ਕਾਫੀ ਹੋ ਚੁੱਕੀ ਹੈ ਬਟ ਉਹ ਕਦੇ ਸਕੂਲ ਦੇ ਵਿੱਚ ਇਨਰੋਲ ਹੀ ਨਹੀਂ ਹੋਏ। ਇਹ ਸਿਚੁਏਸ਼ਨ ਆ ਇੰਡੀਆ ਦੀ ਇਨ ਐਜੂਕੇਸ਼ਨ। then beta next question ਹੈਗਾ ਸਾਡੇ ਕੋਲ, which of following cause of the dropping out of education by girl ਦਾ ਦੇਖੋ ਜਿਹੜਾ ਰੇਟ ਹੈਗਾ, ਡ੍ਰੌਪਿੰਗ ਰੇਟ ਹੈਗਾ ਉਹ ਬਹੁਤ ਜ਼ਿਆਦਾ ਹੈ ਨਾ। ਜੇ ਅਸੀਂ ਦੇਖੀਏ ਤਾਂ 2019-20 ਦੇ ਵਿੱਚ 15% ਡ੍ਰੌਪ ਆਊਟ ਰੇਟ ਰਿਹਾ ਗਰਲਸ ਦਾ, ਠੀਕ ਹੈ ਜੀ। ਜੇ ਅਸੀਂ ਇਸ ਪਰਪਸ ਦੇ ਨਾਲ ਵੀ ਦੇਖਦੇ ਹੈਗੇ ਆ ਪ੍ਰੋਪਰ ਗ੍ਰੋਸ ਪ੍ਰੋਪਰ ਐਨਰੋਲਮੈਂਟ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਵੀ ਜਿਹੜੀ ਰੇਸ਼ੋ ਹੈਗੀ ਆ ਬਹੁਤ ਘੱਟ ਆ, ਠੀਕ ਹੈ। ਕੀ ਰੀਜ਼ਨ ਆ ਕਹਿੰਦੇ ਇਹਦੇ ਪਿੱਛੇ? ਡੈਫੀਨੇਟਲੀ ਜਿਹੜਾ ਰੀਜ਼ਨ ਹੈਗਾ अर्ਲੀ ਮੈਰਿਜ, ਬਿਲਕੁਲ ਹਨਾ, ਕੁੜੀਆਂ ਨੂੰ ਛੋਟੀ ਉਮਰ ਦੇ ਵਿੱਚ ਵਿਆਹ ਦੇਣ ਦੀ ਹੈਗੀ ਆ ਪ੍ਰਥਾ, ਪ੍ਰੈਕਟਿਸ, ਜਿਹਦੇ ਕਰਕੇ ਕੁੜੀਆਂ ਸਕੂਲ ਨਹੀਂ ਜਾਂਦੀਆਂ। ਸਕੂਲਾਂ ਦੇ ਵਿੱਚ ਡਿਸਟੈਂਸ ਕਾਫੀ ਆ ਤੇ ਫॉर ਸੇਫਟੀ ਮੇਅਰ ਪੇਰੈਂਟਸ ਜਿਹੜੇ ਹੈਗੇ ਨੇ ਉਹ ਸੇਫ ਨਹੀਂ ਫੀਲ ਕਰਦੇ ਲੜਕੀਆਂ ਨੂੰ ਭੇਜਣ ਦੇ ਲਈ, ਜਾਂ ਲੈਕ ਹੈਗੀ ਆ ਫੀਮੇਲ ਟੀਚਰਸ ਦੀ, ਟੀਚਰਸ ਨਹੀਂ ਹੈਗੇ ਹਨਾ, ਫੀਮੇਲ ਟੀਚਰ ਨਹੀਂ ਹੈਗੇ ਤੇ ਮੇਲ ਟੀਚਰ ਕੋਲ ਪੇਰੈਂਟਸ ਪੜਾਉਣਾ ਨਹੀਂ ਚਾਹੁੰਦੇ, ਠੀਕ ਹੈ। ਕਿਉਂਕਿ ਬੇਟਾ ਉਹਨਾਂ ਏਰੀਆਜ਼ ਦੀ ਗੱਲ ਚੱਲ ਰਹੀ ਆ ਜਿੱਥੇ ਹਜੇ ਵੀ ਕੁੜੀਆਂ ਦੀ ਸਿਚੁਏਸ਼ਨ ਮਾੜੀ ਆ, ਠੀਕ ਹੈ। ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਕਾਜ਼ ਨੇ, ਪਹਿਲਾਂ ਤਾਂ ਸਾਡੇ ਕੋਲ ਇੱਥੇ ਆਨਸਰ ਆ ਗਿਆ ਆਲ ਆਫ ਥੀਸ, ਬਟ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਕਾਜ਼ ਨੇ, ਜਿਵੇਂ ਆਪਾਂ ਕਹੀਏ ਕੁੜੀਆਂ ਤੋਂ ਹਾਊਸ ਹੋਲਡ ਵਰਕ ਕਰਵਾਉਣ ਦੇ ਉੱਪਰ, ਡੋਮੈਸਟਿਕ ਵਰਕ ਕਰਵਾਉਣ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ। ਇਸ ਤੋਂ ਬਿਨਾ ਫੈਮਿਲੀ ਨੂੰ ਅਸਿਸਟ ਕਰਨ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਨਾ। ਟਾਇਲਟ ਫੈਸਿਲਿਟੀਜ਼ ਨਹੀਂ ਹੈਗੀਆਂ ਸਕੂਲਾਂ ਦੇ ਵਿੱਚ, ਇਸ ਕਰਕੇ ਲੜਕੀਆਂ ਨੂੰ ਸਕੂਲ ਨਹੀਂ ਭੇਜਿਆ ਜਾਂਦਾ, ਜਾਂ ਕੁੜੀਆਂ ਤੋਂ ਐਕਸਪੈਕਟ ਕੀਤਾ ਜਾਂਦਾ ਕਿ ਉਹ ਜਿਹੜੇ ਉਹਨਾਂ ਦੇ ਯੰਗਰ ਸਿਬਲਿੰਗਸ ਹੈਗੇ ਨੇ ਉਹਨਾਂ ਨੂੰ ਸੰਭਾਲਣ, ਠੀਕ ਹੈ ਜੀ। ਕਲੀਅਰ? ਤਾਂ ਇਹ ਸਾਰੇ ਰੀਜ਼ਨ ਨੇ ਕੁੜੀਆਂ ਐਜੂਕੇਸ਼ਨ ਦੇ ਵਿੱਚ, ਕੁੜੀਆਂ ਦਾ ਜਿਹੜਾ ਡ੍ਰੌਪ ਆਊਟ ਰੇਟ ਵੀ ਜ਼ਿਆਦਾ ਹੈਗਾ ਤੇ ਕੁੜੀਆਂ ਸਕੂਲ ਦੇ ਵਿੱਚ ਐਨਰੋਲ ਵੀ ਨਹੀਂ ਹੋ ਰਹੀਆਂ, ਠੀਕ ਹੈ ਜੀ। ਦੈਨ ਬੇਟਾ ਜੀ ਨੈਕਸਟ ਕੁਐਸਚਨ ਹੈਗਾ ਸਾਡੇ ਕੋਲ, ਯੂਐਨ ਟ੍ਰੈਫਿਕਿੰਗ, ਵੇਟ
UN trafficking protocol adopted in which year to prevent, suppress and punish trafficking in person, especially women and children? देखो बेटा ट्रैफिकिंग की है या ह्यूमंस ਨੂੰ किसी भी पर्पस ਦੇ ਲਈ बेचना ਜਾਂ खरीदना है, तरीके दी खरीदो फरोख्त रिलेटेड टू ह्यूमन, ठीक है, दैट इज अ ट्रैफिकिंग। ठीक है, ये बहुत बड़ी समस्या हो रही है, खास करके जे ਅਸੀਂ ਗੱਲ ਕਰੀਏ बेटा यूनिवर्सली ਤਾਂ ਜਿਹੜੀਆਂ 79%, ठीक है 79% ट्रैफिकिंग हैगी ਉਹ गर्ल्स ਦੀ ਹੋ ਰਹੀ ਆ ਤੇ ਇਹਨਾਂ ਦੇ ਵਿੱਚੋਂ ਵੀ ਜਿਹੜੀ 79% गर्ल्स ਦੀ जो ट्रैफिकिंग हो रही है ਉਹ 79% ਸੈਕਸ਼ੂਅਲ ਐਕਸਪਲੋਟੇਸ਼ਨ ਦੇ ਲਈ ਹੋ ਰਹੀ ਆ। ਠੀਕ ਹੈ, ਸੈਕਸ਼ੂਅਲੀ ਉਹਨਾਂ ਨੂੰ ਐਕਸਪਲੋਟ ਕਰਨ ਦੇ ਲਈ, ਇਹਨਾਂ ਪਰਪਸ ਦੇ ਲਈ ਲੜਕੀਆਂ ਨੂੰ ਜਿਹੜਾ ਹੈਗਾ ਖਰੀਦਿਆ ਵੇਚਿਆ ਜਾਂਦਾ ਤੇ ਬਹੁਤ ਵੱਡਾ ਇਸ਼ੂ ਆ। ਇਹਨੂੰ ਟੈਕਲ ਕਰਨ ਦੇ ਲਈ ਇਸ ਜਿਹੜੀ ਹੈਗੀ ਆ ਖਾਸ ਕਰਕੇ ਔਮਨ ਤੇ ਚਿਲਡਰਨ ਦੀ ਜਿਹੜੀ ਟ੍ਰੈਫਿਕਿੰਗ ਹੈਗੀ ਉਹਨੂੰ ਰੋਕਣ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਆਪਾਂ ਕਿ ਪ੍ਰੀਵੈਂਸ਼ਨ ਹੈਗੀਆਂ ਇੰਡੀਆ ਦੇ ਵਿੱਚ ਜਾਂ ਬਹੁਤ ਸਾਰੀਆਂ ਪ੍ਰੋਵੀਜ਼ਨ ਇੰਡੀਆ ਦੇ ਵਿੱਚ ਤੇ ਨੈਸ਼ਨਲ ਲੈਵਲ ਦੇ ਉੱਪਰ ਹੋ ਰਹੀਆਂ, ਤਾਂ ਉਹਦੇ ਉੱਪਰੋਂ ਇੰਟਰਨੈਸ਼ਨਲ ਲੈਵਲ ਦੇ ਉੱਪਰ ਹੋ ਰਹੀਆਂ, ਤਾਂ ਉਹਦੇ ਵਿੱਚੋਂ ਇੰਟਰਨੈਸ਼ਨਲ ਲੈਵਲ ਦੇ ਉੱਪਰ ਹੈਗੀ ਆ ਯੂਐਨ ਟ੍ਰੈਫਿਕਿੰਗ ਪ੍ਰੋਟੋਕੋਲ। ਅਸਲ ਦੇ ਵਿੱਚ ਬੇਟਾ ਜੀ ਯੂਐਨਓ ਨੇ ਇੱਕ ਪ੍ਰੋਟੋਕੋਲ ਜਾਰੀ ਕੀਤਾ ਸੀ, ਕਦੋਂ ਜਾਰੀ ਕੀਤਾ? ਇਨ 2000, ਜਿਹਦੇ ਚ ਇਹ ਆਖਿਆ ਗਿਆ ਸੀਗਾ ਕਿ ਜਿਹੜੀ ਲੜਕੀਆਂ ਦੀ ਮੇਲ ਤੇ ਵੂਮਨ ਹੈਗੀਆਂ ਨੇ, ਬੱਚੇ ਹੈਗੇ ਨੇ, ਉਹਨਾਂ ਨੂੰ ਜਿਹੜੀ ਟ੍ਰੈਫਿਕਿੰਗ ਹੋ ਰਹੀ ਆ ਉਹਨੂੰ ਰੋਕਿਆ ਜਾਵੇ। ਠੀਕ ਹੈ, ਜਾਂ ਜਿਹੜੀ ਕਰ ਰਹੇ ਨੇ ਟ੍ਰੈਫਿਕਿੰਗ ਉਹਨਾਂ ਨੂੰ ਡਿਟੈਂਟ ਕੀਤਾ ਜਾਵੇ, ਫੜਿਆ ਜਾਵੇ, ਉਹਨਾਂ ਨੂੰ ਪਨਿਸ਼ ਕੀਤਾ ਜਾਵੇ। ਠੀਕ ਹੈ ਜੀ, ਇਸ ਤੋਂ ਬਿਨਾਂ ਬੇਟਾ ਜੀ ਹਿਊਮਨ ਟ੍ਰੈਫਿਕਿੰਗ ਨੂੰ ਰੋਕਣ ਦੇ ਲਈ ਜੇ ਅਸੀਂ ਇੰਡੀਆ ਦੇ ਵਿੱਚ ਗੱਲ ਕਰਦੇ ਹਾਂ ਤਾਂ ਇੰਡੀਆ ਦੇ ਵਿੱਚ ਇਹਨੂੰ ਇੱਕ ਬਹੁਤ ਵੱਡਾ ਕ੍ਰਾਈਮ ਘੋਸ਼ਿਤ ਕੀਤਾ ਗਿਆ ਤੇ ਇਹਦੇ ਲਈ ਜਿਹੜੇ ਰੂਲ ਐਂਡ ਰੈਗੂਲੇਸ਼ਨ ਕ੍ਰੀਏਟ ਕੀਤੇ ਗਏ ਨੇ ਇੰਡੀਅਨ ਪੈਨਲ ਕੋਡ ਦੇ ਅੰਡਰ ਕੀਤੇ ਗਏ, ਪੈਨਲ ਕੋਡ ਇੰਡੀਅਨ ਪੈਨਲ ਕੋਡ 1860 ਦੇ ਅੰਡਰ। ਠੀਕ ਹੈ ਜੀ, ਜਿਹਦੇ ਚ ਹੈਗਾ ਕਿ ਜਿਹੜੀਆਂ ਖਾਸ ਕਰਕੇ ਉਸ ਨੂੰ ਪ੍ਰੋਹਿਬਿਸ਼ਨ ਕਰਨਾ ਹੈਗਾ ਜਿਨ੍ਹਾਂ ਨੂੰ ਸੇਲਿੰਗ ਕੀਤਾ ਜਾਂਦਾ ਤੇ ਬਾਏ ਕੀਤਾ ਜਾਂਦਾ ਕਿੰਨਾਂ ਨੂੰ, ਮਾਈਨਰਸ ਨੂੰ, ਫॉर द पर्पस ऑफ ਪ੍ਰੋਸਟੀਟਿਊਸ਼ਨ, ਯਾਨੀ ਕਿ ਸੈਕਸ਼ੂਅਲ ਐਕਸਪਲੋਟੇਸ਼ਨ ਦੇ ਲਈ ਜਿਹੜੇ ਮਾਈਨਰਸ ਨੂੰ ਖਰੀਦਿਆ ਵੇਚਿਆ ਜਾਂਦਾ। ਇਸ ਤੋਂ ਬਿਨਾ ਸਾਡੇ ਕਨਸਟੀਟਿਊਸ਼ਨ ਦਾ ਹੀ ਜਿਹੜਾ ਹੈਗਾ ਪਾਰਟ ਆਰਟੀਕਲ 23 ਵੀ ਜਿਹੜਾ ਹੈਗਾ ਹਿਊਮਨ ਟ੍ਰੈਫਿਕਿੰਗ ਨੂੰ ਪ੍ਰੋਹਿਬਿਸ਼ਨ ਲਾਉਂਦਾ। ਸਾਡੇ ਫੰਡਾਮੈਂਟਲ ਰਾਈਟਸ ਦੇ ਵਿੱਚ ਵੀ ਹਿਊਮਨ ਟ੍ਰੈਫਿਕਿੰਗ ਜਿਹੜੀ ਹੈਗੀ ਉਹਦੇ ਉੱਪਰ ਰੋਕ ਲਾਉਂਦਾ ਹੈਗਾ ਸਾਡਾ ਆਰਟੀਕਲ 23। ਨੈਕਸਟ ਹੈਗਾ ਬੇਟਾ ਜੀ ਆਪਣੇ ਕੋਲ ਕੁਐਸਚਨ, according to NFHS how many children are stunted? ठीक है, stunted ਕਿਹੜੇ ਹੁੰਦੇ ਆ ਬੇਟਾ ਜੀ? ਉਹ ਵਾਲੇ ਬੱਚੇ ਜਿਹੜੇ ਪ੍ਰੋਪਰ ਡਿਵੈਲਪਮੈਂਟ ਨਹੀਂ ਹੋਈ ਜਿਨ੍ਹਾਂ ਦੀ। ਠੀਕ ਹੈ, ਜਿਹੜੇ ਬੱਚਿਆਂ ਦੀ ਪ੍ਰੋਪਰ ਡਿਵੈਲਪਮੈਂਟ ਨਹੀਂ ਹੋਈ ਉਹਨਾਂ ਨੂੰ ਅਸੀਂ ਕੀ ਆਖਦੇ ਨੇ, ਕੀ ਕੰਸੀਡਰ ਕਰਦੇ ਹੈਗੇ ਆ ਬੇਟਾ ਜੀ? ਸਟੰਟਡ ਚਿਲਡਰਨ। ਠੀਕ ਹੈ ਜੀ, ਤੇ ਸਟੰਟਡ ਯਾਨੀ ਕਿ ਪ੍ਰੋਪਰ ਡਿਵੈਲਪਮੈਂਟ ਦੀ ਬਹੁਤ ਜ਼ਿਆਦਾ ਮੇਜਰ ਪ੍ਰੋਬਲਮ ਬੱਚਿਆਂ ਦੇ ਵਿੱਚ ਆ ਰਹੀ ਹੈ। NFH 5 ਦੇ ਅਕੋਰਡਿੰਗ ਹੀ, ਇਸ ਸਰਵੇ ਦੇ ਅਕੋਰਡਿੰਗ ਹੀ ਹੈ ਇਹ, ਇਹਦੇ ਵਿੱਚ ਕਿੰਨੇ ਬੱਚੇ ਨੇ ਕਹਿੰਦੇ ਜਿਹੜੇ ਸਟੰਟਡ ਨੇ? that is a 36%। ठीक है जी, जे ਅਸੀਂ NFS ਜਿਹੜੀ ਪੁਰਾਣੀ ਰਿਪੋਰਟ ਸੀਗੀ, ਸਟੱਡੀ ਸੀਗੀ, ਉਹਦੇ ਅਕੋਰਡਿੰਗ ਦੇਖਦੇ ਹਾਂ ਤਾਂ ਡਾਟਾ ਸੀਗਾ ਜਿਹੜਾ ਸਾਡੇ ਕੋਲ 48% ਸੀ, ਹੁਣ ਘਟਿਆ। ਠੀਕ ਹੈ, ਇੰਪਰੂਵਮੈਂਟ ਹੋ ਰਹੀ ਹੈ ਬਟ ਇਹ ਵੀ ਪ੍ਰੋਬਲਮ ਹੈ। ਠੀਕ ਹੈ, ਤਾਂ NFHS 5 ਦੇ ਅਕੋਰਡਿੰਗ ਚਿਲਡਰਨ ਜਿਹੜੇ ਸਟੰਟਡ ਨੇ ਜਿਨ੍ਹਾਂ ਦੀ ਪ੍ਰੋਪਰ ਗਰੋਥ ਨਹੀਂ ਹੋਈ, ਸਲੋ ਗਰੋਥ ਆ, ਠੀਕ ਹੈ, ਸਿੰਪਲ ਲਿਖ ਲਓ ਸਲੋ ਗਰੋਥ ਆ, ਤਾਂ ਉਹਨਾਂ ਦਾ ਡਾਟਾ ਕਿੰਨਾ ਹੈਗਾ ਸਾਡੇ ਕੋਲ? 36%। ਠੀਕ ਹੈ ਜੀ, ਜੇ ਅਸੀਂ ਇਹਦੇ ਵਿੱਚੋਂ ਬਾਕੀ ਡਾਟਾਸ ਦੀ ਗੱਲ ਕਰਦੇ ਹਾਂ ਇਸ ਰਿਪੋਰਟ ਦੇ ਅਕੋਰਡਿੰਗ ਤਾਂ ਇਹ 3.4% ਬੱਚੇ ਜਿਹੜੇ ਹੈਗੇ ਨੇ ਓਵਰਵੇਟ ਨੇ, ਕਿਉਂਕਿ ਮਾਲ ਨਿਊਟ੍ਰੀਸ਼ਨ ਵੀ ਚਿਲਡਰਨ ਦੇ ਵਿੱਚ ਖਾਸ ਕਰਕੇ ਗਰਲ ਚਾਈਲਡ ਦੇ ਵਿੱਚ ਬਹੁਤ ਵੱਡੀ ਸਮੱਸਿਆ। ਠੀਕ ਹੈ, ਜਿਹੜੇ 19 ਬੱਚੇ ਹੈ 19% ਹੈਗੇ ਨੇ ਉਹ ਵੇਸਟਿੰਗ ਨੇ। ਵੇਸਟਿੰਗ ਕੀ ਹੁੰਦਾ ਬੇਟਾ ਜੀ? ਲੋ weight for height। ਠੀਕ ਹੈ, ਹਾਈਟ ਹੋਵੇ ਬਟ weight ਘੱਟ ਹੋਵੇ ਤਾਂ ਉਹ ਹੈਗੀ ਹੈ 19% ਤੇ 32% ਹੈਗੇ ਨੇ ਜਿਹੜੇ ਕਿ ਅੰਡਰਵੇਟ। then next बेटा जी साडे कोल हैगा फुल फॉर्म ऑफ MDG। ठीक है, फुल फॉर्म की है कहंदे MDG दी, तो काफी इंपॉर्टेंट है भी साडे कोल। देखो MDG दी फुल फॉर्म अपने कोल की हैगी है बेटा जी? मिलेनियम डेवलपमेंट गोल। ठीक है जी, असल दे विच की हैगा बेटा जी? मिलेनियम दा MDGs ਜਿਹੜੇ ਹੈਗੇ ਨੇ ਇਹਦੇ ਵਿੱਚ ਇੱਕ ਇੰਟਰਨੈਸ਼ਨਲ ਕਨਵੈਨਸ਼ਨ ਦੇ ਵਿੱਚ ਜਾਂ ਡੈਕਲੇਰੇਸ਼ਨ ਦੇ ਵਿੱਚ ਇਹਨੂੰ ਅਡਾਪਟ ਕੀਤਾ ਗਿਆ ਸੀਗਾ। ਠੀਕ ਹੈ, बेसिकली अडॉप्ट ਤਾਂ ਕੀਤਾ ਗਿਆ ਸੀ 2000 ਦੇ ਵਿੱਚ। ਠੀਕ ਹੈ, 2000 ਦੇ ਵਿੱਚ UN ਨੇ ਇਹਨੂੰ ਅਡਾਪਟ ਕੀਤਾ ਸੀਗਾ ਮਿਲੇਨੀਅਮ ਸਮਿਟ ਦੇ ਵਿੱਚ। ਠੀਕ ਹੈ, ਸੰਮੇਲਨ ਹੋਇਆ ਸੀ ਜਿਹਨੂੰ UN ਮਿਲੇਨੀਅਮ ਡੈਕਲੇਰੇਸ਼ਨ ਆਖਦੇ ਆ 2000 ਦੇ ਵਿੱਚ। ਠੀਕ ਹੈ, ਉਹਦੇ ਵਿੱਚ ਬੇਟਾ ਜੀ ਗੋਲ ਰੱਖੇ ਗਏ ਸੀਗੇ। ਠੀਕ ਹੈ, ਗੋਲਸ ਨਾਮ ਤੋਂ ਕਲੀਅਰ ਆ, ਗੋਲਸ ਰੱਖੇ ਗਏ ਸੀ। ਇਹ ਗੋਲਸ ਕਿਹੜੇ ਈਅਰ ਤੱਕ ਰੱਖੇ ਗਏ ਸੀ? 2015 ਤੱਕ ਕਹਿੰਦੇ ਗੋਲਸ ਅਸੀਂ ਇਹ ਟਾਰਗੇਟ ਅਸੀਂ ਪੂਰੇ ਕਰਨੇ ਆ। ਤੇ ਗੋਲਸ ਕਿੰਨੇ ਸੀ ਇਹਦੇ ਚ? 8। ਠੀਕ ਹੈ, ਉਹ ਗੋਲ ਕਿਹੜੇ ਨੇ? 8 ਗੋਲ ਕਿਹੜੇ ਨੇ? ਕਾਫੀ ਇੰਪੋਰਟੈਂਟ ਹੋ ਸਕਦਾ। ਤਾਂ 8 ਗੋਲ ਸੀਗੇ ਜਿਨ੍ਹਾਂ ਦੇ ਵਿੱਚ ਸਾਡੇ ਕੋਲ ਸੀਗਾ ਜੀ ਇਰੈਡੀਕੇਟ ਕਰਨੀ ਹੈਗੀ ਆ ਪਾਵਰਟੀ ਤੇ ਹੰਗਰ। ਪਾਵਰਟੀ ਤੇ ਹੰਗਰ ਨੂੰ ਖਤਮ ਕਰਨਾ,
ठीक है जी, फर्स्ट सीगा साडे कोल। देन बेटा जी ਇਹਦੇ सीगा कि यूनिवर्सल प्राइमरी एजुकेशन, यूनिवर्सल प्राइमरी एजुकेशन, ठीक है, अचीव करनी सीगी यूनिवर्सल प्राइमरी एजुकेशन। देन प्रमोट करना सीगा जेंडर इक्वालिटी, प्रमोट जेंडर इक्वालिटी, कुड़ियां दे नाल जो बेस बायस हुंदा, ठीक है, इक्वालिटी। इट मीनस ਜਿਹੜਾ ਮਿਲੇਨੀਅਮ ਡਿਵੈਲਪਮੈਂਟ ਗੋਲ ਸੀਗਾ ਉਹ ਬੇਸਿਕਲੀ ਦੋ ਚੀਜ਼ਾਂ ਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਦਿੰਦਾ। ਜੇ ਅਸੀਂ ਇਸ਼ੂ ਗਰਲਸ ਰਿਲੇਟਡ ਇਸ਼ੂ ਦੇ ਨਾਲ ਵੀ ਡੀਲ ਕਰਦੇ ਹਾਂ, ਪਹਿਲਾਂ ਤਾਂ ਜੈਂਡਰ ਇਕੁਆਲਿਟੀ ਕੇ ਕੁੜੀਆਂ ਨੂੰ ਬਰਾਬਰ ਮੌਕੇ ਦਿੱਤੇ ਜਾਣ ਤੇ ਜੈਂਡਰ ਇਕੁਆਲਿਟੀ ਲੈ ਕੇ ਆਉਣ ਦੇ ਲਈ ਜਿਹੜਾ ਐਮਡੀਜੀ ਇਹਦੇ ਵਿੱਚ ਖਾਸ ਤੌਰ ਤੇ ਮੈਂਸ਼ਨ ਕੀਤਾ ਗਿਆ ਕਿ ਜੇ ਅਸੀਂ ਜੈਂਡਰ ਇਕੁਆਲਿਟੀ ਲੈ ਕੇ ਆਉਣੀ ਆ ਤਾਂ ਫਿਰ ਸਾਨੂੰ ਗਰਲਸ ਐਜੂਕੇਸ਼ਨ ਦੇ ਉੱਪਰ ਵੀ ਖਾਸ ਤੌਰ ਤੇ ਜ਼ੋਰ ਦੇਣਾ ਪਊਗਾ, ਠੀਕ ਹੈ ਜੀ। ਦੈਨ ਨੈਕਸਟ ਜੇ ਅਸੀਂ ਗੱਲ ਕਰੀਏ ਕਿਹੜੇ ਕਿਹੜੇ ਹੋਰ ਸਾਡੇ ਕੋਲ ਗੋਲ ਹੈਗੇ ਨੇ ਤਾਂ ਇਹਦੇ ਚ ਰਿਡਿਊਸ ਕਰਨੀ ਚਾਈਲਡ ਮੋਰਟੈਲਿਟੀ, ਜਿਹੜੀ ਬੱਚਿਆਂ ਦੀ ਡੈਥ ਹੋ ਰਹੀ ਆ ਉਸ ਨੂੰ ਰਿਡਿਊਸ ਕਰਨਾ, ਠੀਕ ਹੈ ਜੀ। ਇੰਪਰੂਵ ਕਰਨੀ ਮੈਂਟਲ ਹੈਲਥ, ਇੰਪਰੂਵ ਮੈਂਟਲ ਹੈਲਥ, ਠੀਕ ਹੈ ਜੀ। ਦੈਨ ਜਿਹੜੇ ਸਾਡੇ ਦੇਸ਼ ਦੇ ਵਿੱਚ ਜਾਂ ਪੂਰੇ ਸੰਸਾਰ ਦੇ ਵਿੱਚ ਜਿਹੜੀ HIV ਏਡਸ ਦੀ ਸਮੱਸਿਆ ਹੈਗੀ ਆ, ਠੀਕ ਹੈ, ਮਲੇਰੀਆ ਵਰਗੀ ਪ੍ਰੋਬਲਮਸ ਹੈਗੀਆਂ ਨੇ, ਉਹਨਾਂ ਨੂੰ ਜਾਂ ਹੋਰ ਜਿਹੜੀਆਂ ਡਿਜ਼ੀਜ਼ਸ ਨੇ ਉਹਨਾਂ ਨੂੰ ਟੈਕਲ ਕਰਨਾ, ਉਹਨਾਂ ਨੂੰ ਸੋਲਵ ਕਰਨਾ, ਠੀਕ ਹੈ ਜੀ। ਦੈਨ ਜਿਹੜੀ ਇਨਵਾਇਰमेंटल ਸਸਟੇਨੇਬਿਲਿਟੀ ਹੈਗੀ ਆ ਉਹਨੂੰ ਇੰਸ਼ੋਰ ਕਰਨਾ, ਇਨਵਾਇਰमेंटल ਸਸਟੇਨੇਬਿਲਿਟੀ। ਐਂਡ ਲਾਸਟ ਸੀਗਾ ਗਲੋਬਲ ਪਾਰਟਨਰਸ਼ਿਪ ਨੂੰ ਡਿਵੈਲਪ ਕਰਨਾ, ग्लोबल पार्टनरशिप, ठीक है, ग्लोबल पार्टनरशिप नु बना के रखना, क्लियर जी। देन बेटा जी नेक्स्ट क्वेश्चन है अपने को, फ्री एंड कंपल्सरी एजुकेशन एक्ट इंप्लीमेंटेड इन, कहंदे फ्री एंड कंपल्सरी एजुकेशन एक्ट आ जेड़ा वो कदों इंप्लीमेंट किया गया, तुहानू पता कि 2009 दे विच ये एक्ट मतलब पेश किया गया सी, प्रेजेंट किया गया सी, है ना, एक तरीके नाल एक्ट ਨੂੰ ਜਿਹੜਾ ਸੀਗਾ ਉਹਦੀ ਪ੍ਰੋਸੈਸ ਸ਼ੁਰੂ ਹੋ ਗਈ ਸੀ, ਬਟ 2010 1 ਅਪ੍ਰੈਲ 2010 ਦੇ ਵਿੱਚ ਸੀਗਾ ਜਿਹੜਾ ਇਹਨੂੰ ਇੰਪਲੀਮੈਂਟ ਕਰ ਦਿੱਤਾ ਗਿਆ ਸੀ, ਠੀਕ ਹੈ। ਜੇ ਪੁੱਛਣ ਰਾਈਟ ਟੂ ਐਜੂਕੇਸ਼ਨ ਤਾਂ ਰਾਈਟ ਟੂ ਐਜੂਕੇਸ਼ਨ ਸਾਡੇ ਕੋਲ ਕਨਸਟੀਟਿਊਸ਼ਨ ਦੇ ਵਿੱਚ ਕਿਹੜੇ ਆਰਟੀਕਲ ਦੇ ਵਿੱਚ ਸ਼ਾਮਲ ਆ, ਤਾਂ ਆਰਟੀਕਲ 21A, 21A ਦੇ ਵਿੱਚ ਇਹ ਆਖਿਆ ਗਿਆ ਹੈਗਾ ਕਿ 6 to 14 ਇਅਰਸ ਤੱਕ ਦੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਵੇ, ਠੀਕ ਹੈ ਜੀ। ਇਹ ਜਿਹੜੇ ਰਾਈਟ ਟੂ ਐਜੂਕੇਸ਼ਨ ਹੈਗਾ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕਿਹੜੀ ਅਮੈਂਡਮੈਂਟ ਦੇ ਰਾਹੀਂ ਸ਼ਾਮਿਲ ਕੀਤਾ ਗਿਆ ਸੀ, 86 ਅਮੈਂਡਮੈਂਟ 2002 ਦੇ ਵਿੱਚ ਜੋ ਹੋਈ ਉਹ 100 ਦੇ ਰਾਹੀਂ, ਉਸ ਅਮੈਂਡਮੈਂਟ ਦੇ ਰਾਹੀਂ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਸਾਡਾ ਰਾਈਟ ਟੂ ਐਜੂਕੇਸ਼ਨ ਸ਼ਾਮਿਲ ਕਰ ਲਿਆ ਗਿਆ ਸੀਗਾ। ਤੇ ਉਸ ਤੋਂ ਬਾਅਦ ਉਹ ਐਕਟ ਕਦੋਂ ਬਣਦਾ ਹੈਗਾ 2009 ਦੇ ਵਿੱਚ ਤੇ ਲਾਗੂ ਕਦੋਂ ਹੁੰਦਾ 2010 ਦੇ ਵਿੱਚ। नेक्स्ट एंड लास्ट क्वेश्चन बेटा जी, रैंक ऑफ इंडिया इन ग्लोबल हंगर इंडेक्स 2021, ठीक है जी। ਜਿਹੜਾ ग्लोबल हंगर इंडेक्स ਸੀਗਾ 2021 ਦਾ ਉਹਦੇ ਚ ਬੇਟਾ ਜੀ ਇੰਡੀਆ ਦਾ ਰੈਂਕ ਹੈਗਾ 101, ਕਿੰਨੇ ਦੇਸ਼ਾਂ ਦੇ ਵਿੱਚੋਂ 117 ਯਾਨੀ ਕਿ 117 ਜਿਹੜੇ ਦੇਸ਼ ਹੈਗੇ ਨੇ ਉਹਨਾਂ ਦੇ ਵਿੱਚੋਂ ਇੰਡੀਆ ਦਾ ਰੈਂਕ ਕਿੰਨਾ ਆਇਆ ਹੈਗਾ ਜੀ 101। ਜੇ ਇਸੇ ਦੇ ਅਕੋਰਡਿੰਗ ਮੇਰੀ ਇੱਕ 올ਡ ਕਲਾਸ ਆ ਜਿਹੜੀ प्रोवाइड करवा दी जाऊगी ਤੁਹਾਨੂੰ ਉਹਦੇ ਚ ਪੂਰਾ ਮਾਲ ਨਿਊਟ੍ਰੀਸ਼ਨ ਕਰਵਾਇਆ ਹੋਇਆ, ਉਸ ਕਲਾਸ ਦੇ ਵਿੱਚ ਮੈਂ ਜਿਹੜਾ ਡਾਟਾ ਦਿੱਤਾ ਉਹ 2020 ਦੇ ਅਕੋਰਡਿੰਗ ਆ, ਠੀਕ ਹੈ। 2020 ਦੇ ਅਕੋਰਡਿੰਗ ਉਹ ਕੀ ਸੀਗਾ ਸਾਡੇ ਕੋਲ ਬੇਟਾ ਜੀ 94 ਸੀਗਾ ਰੈਂਕ, ਤੇ ਕਿੰਨੇ ਦੇਸ਼ਾਂ ਦੇ ਵਿੱਚੋਂ 107 ਦੇਸ਼ਾਂ ਦੇ ਵਿੱਚੋਂ, ਠੀਕ ਹੈ ਜੀ। ਤਾਂ 2021 ਦੇ ਵਿੱਚ ਸਾਡਾ ਰੈਂਕ ਕਿੰਨਾ ਹੈਗਾ 101, क्लियर। ਤੇ ਇਹ ਕਾਫੀ ਇੰਪੋਰਟੈਂਟ ਕੁਐਸਚਨ ਨੇ, ਖਾਸ ਕਰਕੇ ਉਹ ਇਸ਼ੂਜ਼ ਜਿਹੜੇ ਕਿ ਗਰ ਰਿਲੇਟਡ ਇਸ਼ੂਜ਼ ਨੇ ਉਹਨਾਂ ਦੇ ਵਿੱਚੋਂ ਜੋ ਤੁਹਾਡੇ ਲਈ ਇਕੱਠੇ ਕੀਤੇ ਗਏ ਨੇ, ਠੀਕ ਹੈ। ਜੇ ਤੁਸੀਂ ਇਹਦੇ ਨਾਲ ਰਿਲੇਟਡ ਕਲਾਸਿਸ ਲੈਣਾ ਚਾਹੁੰਦੇ ਹੋ ਸਾਰੀਆਂ ਤਾਂ ਤੁਹਾਨੂੰ ਤੁਸੀਂ ਮੇਰੇ ਨਾਲ ਬੈਚ ਜੁਆਇਨ ਕਰ ਸਕਦੇ ਹੋ, ਕਿਸਾਨ ਅਕੈਡਮੀ ਦੀ ਐਪ ਤੋਂ ਡਾਇਰੈਕਟ ਪਰਚੇਜ਼ ਕਰਕੇ ਵੀ ਕੋਰਸ ਲੈ ਸਕਦੇ ਹੋ, ਜਾਂ ਫਿਰ ਤੁਸੀਂ ਕਾਲ ਜਾਂ WhatsApp ਕਰਕੇ ਕੋਰਸ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਥੈਂਕ ਯੂ।